ਅਨੰਦਪੁਰ ਸਾਹਿਬ ਆਉਂਦੇ ਜਾਂਦੇ ਕਈ ਵਾਰ ਲੋਧੀਪੁਰ ਰੋਡ ਲਿਖਿਆ ਸਾਈਨ ਬੋਰਡ ਵੇਖਿਆ ਸੀ। ਸੋਚਿਆ ਅੱਜ ਪਿੰਡ ਲੋਧੀਪੁਰ ਵੇਖਿਆ ਜਾਵੇ। ਅਨੰਦਪੁਰ ਖਾਲਸੇ ਦੀ ਜਨਮ ਭੂਮੀ ਹੈ। ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆ ਕੇ ਸਿਰ ਨਿਵਾਇਆ ਅਤੇ ਮਨ ਵਿੱਚ ਪ੍ਰਣ ਕੀਤਾ ਕਿ ਜਿੰਨੀ ਵੀ ਦੇਰ ਇਹ ਟਰੈਵਲ ਵਿਦ ਪਾਲ ਵਾਲਾ ਸਫ਼ਰ ਜਾਰੀ ਰਹੇਗਾ, ਹਰ ਗੱਲ ਧਰਮਾਂ ਤੇ ਜਾਤਾਂ ਦੇ ਸੋਹੜੇਪਨ ਤੋਂ ਉੱਪਰ ਉੱਠ ਕੇ ਕਰਨ ਦੀ ਕੋਸ਼ਿਸ਼ ਹੋਵੇਗੀ। ਕਿਸੇ ਵੀ ਧਰਮ ਪ੍ਰਤੀ ਨਫ਼ਰਤ ਜਾਂ ਨਾਪੱਖੀ ਵਿਚਾਰ ਨਹੀਂ ਲਿਆਇਆ ਜਾਵੇਗਾ। ਪਰ ਪਖੰਡ ਕਿਸੇ ਦਾ ਵੀ ਹੋਵੇ, ਗੱਲ ਕਰਨ ਲੱਗੇ ਸਿੱਕੇ ਦੇ ਦੋਹਾਂ ਪਹਿਲੂਆਂ ਬਾਰੇ ਦੱਸਣ ਦੀ ਕੋਸ਼ਿਸ਼ ਹੋਵੇਗੀ। ਭਾਵੇਂ ਕਰੋਨਾ ਕਰਕੇ ਗੱਲਬਾਤ ਤੋਂ ਗੁਰੇਜ਼ ਹੈ, ਪਰ ਜਾਣਕਾਰੀ ਤਾਂ ਇਕੱਠੀ ਕਰ ਦਿੱਤੀ ਹੀ ਜਾ ਸਕਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਪਿੰਡ ਲੋਧੀਪੁਰ ਨੂੰ ਚਾਲੇ ਪਾ ਦਿੱਤੇ। ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਖੁੱਲ੍ਹਾ ਮੈਦਾਨ ਹੈ। ਮੈਦਾਨ ਦੇ ਸਾਹਮਣੇ ਸੜਕ ਪਾਰ ਕਰਕੇ ਲਿੰਕ ਰੋਡ ਹੈ। ਕੁਝ ਫੁੱਟ ਦੀ ਦੂਰੀ ਤੇ ਹੀ ਰੇਲਵੇ ਫਾਟਕ ਆ ਜਾਂਦਾ ਹੈ। ਫਾਟਕ ਪਾਰ ਕਰਦੇ ਹੀ ਪਿੰਡ ਲੋਧੀਪੁਰ ਦੇ ਸਰਕੀ ਸਾਈਨ ਬੋਰਡ ਦਿਖਣ ਲੱਗ ਪੈਂਦੇ ਹਨ। ਪਰ ਨਜ਼ਾਰਾ ਸ਼ਹਿਰ ਕਸਬੇ ਦਾ ਹੀ ਨਜ਼ਰ ਆਉਂਦਾ ਹੈ। ਅਨੰਦਪੁਰ ਸਾਹਿਬ ਨਾਲ ਜੁੜਿਆ ਬਾਜ਼ਾਰ ਅਤੇ ਨਵੇਂ ਉਸਰ ਰਹੇ ਮਕਾਨ ਕੋਠੀਆਂ ਇਸ ਨੂੰ ਸ਼ਹਿਰ ਦਾ ਹੀ ਹਿੱਸਾ ਬਣਾ ਰਹੀਆਂ ਹਨ। ਥੋੜ੍ਹਾ ਅੱਗੇ ਜਾਣ ਤੇ ਸ਼ਹਿਰੀ ਆਬਾਦੀ ਵਿੱਚ ਹੀ ਗੁਰਦੁਆਰਾ ਹਰੀ ਰਾਏ ਸਾਹਿਬ ਹੈ। ਇਸ ਦੇ ਸਾਹਮਣੇ ਹੀ ਡੇਰਾ ਬਾਬਾ ਜਵਾਹਰ ਦਾਸ ਜੀ ਸਥਿਤ ਹੈ, ਹੁਸ਼ਿਆਰਪੁਰ ਵਾਲਿਆਂ ਦਾ। ਇਸ ਦੇ ਨਾਲ ਹੀ ਥੋੜ੍ਹਾ ਜਿਹਾ ਅੱਗੇ ਜਾ ਕੇ ਇੱਕ ਹੋਰ ਡੇਰਾ ਡੁਮੇਲੀ ਵਾਲਿਆਂ ਦਾ ਹੈ। ਇੱਥੇ ਹੀ ਇੱਕ ਹੋਰ ਗੁਰਦੁਆਰਾ ਦਸ਼ਮੇਸ਼ ਬੁੰਗਾ ਸਥਿਤ ਹੈ। ਇਸ ਦੇ ਨਾਲ ਹੀ ਮਾਤਾ ਸਾਹਿਬ ਕੌਰ ਯਾਤਰੀ ਨਿਵਾਸ ਹੈ। ਮਾਤਾ ਸਾਹਿਬ ਕੌਰ ਜੀ ਦੇ ਨਾਂ ਤੇ ਇਹ ਯਾਤਰੀ ਨਿਵਾਸ ਬਣਿਆ ਹੋਇਆ ਹੈ। ਚੰਗਾ, ਵੱਡਾ ਅਤੇ ਵਿਸ਼ਾਲ ਹੈ। ਇੱਥੇ ਹੀ ਥੋੜ੍ਹਾ ਅੱਗੇ ਜਾ ਕੇ ਮਸ਼ਹੂਰ ਕਿਲ੍ਹਾ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਆਉਂਦਾ ਹੈ। ਬਾਹਰੋਂ ਦਿੱਖ ਅੱਜ ਵੀ ਪੁਰਾਤਨ ਕਿਲ੍ਹੇ ਵਰਗੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਪ੍ਰਬੰਧ ਸ਼ਾਇਦ ਸ਼੍ਰੋਮਣੀ ਕਮੇਟੀ ਕੋਲ ਹੈ। ਇਸ ਸਥਾਨ ਦਾ ਸੰਬੰਧ ਭਾਈ ਬਚਿੱਤਰ ਸਿੰਘ ਜੀ ਦੇ ਖੂਨੀ ਹਾਥੇ ਨਾਲ ਟਾਕਰੇ ਵਾਲੀ ਘਟਨਾ ਨਾਲ ਦੱਸਿਆ ਜਾਂਦਾ ਹੈ। ਇਸ ਤੋਂ ਅੱਗੇ ਫੇਰ ਖੁੱਲ੍ਹੇ ਖੇਤਾਂ ਵਾਲਾ ਇਲਾਕਾ ਸ਼ੁਰੂ ਹੋ ਜਾਂਦਾ ਹੈ।
ਹੁਣ ਪਿੰਡ ਲੋਧੀਪੁਰ ਪਹੁੰਚਣ ਦੀ ਉਮੀਦ ਸੀ। 15-20 ਘਰਾਂ ਦੇ 3-4 ਪੜਾਅ ਆਏ, ਪਰ ਕਿਤੇ ਪਿੰਡ ਨਾ ਦਿਖਿਆ। ਕਲਪਨਾ ਸੀ ਕਿ ਪੁਰਾਣਾ ਪਿੰਡ ਹੋਣ ਕਰਕੇ 2-4 ਹਜ਼ਾਰ ਘਰਾਂ ਦੀ ਆਬਾਦੀ, ਨਹੀਂ ਤਾਂ ਘੱਟੋ ਘੱਟ 400-500 ਘਰਾਂ ਦੀ ਆਬਾਦੀ ਦਾ ਪਿੰਡ ਤਾਂ ਹੋਵੇਗਾ। ਕਾਫੀ ਸੜਕਾਂ ਗਾਂਹ ਤੋਂ ਬਾਅਦ ਵੀ ਤਲਾਸ਼ ਪੂਰੀ ਨਾ ਹੋਈ। ਆਪਣੇ ਮਾਝੇ ਵਾਂਗ ਕਿਸੇ ਪਿੰਡ ਦੀ ਤਲਾਸ਼ ਵਿੱਚ ਅਖੀਰ ਬਰਸਾਤੀ ਨਾਲੇ ਕੰਢੇ ਪਹੁੰਚ ਕੇ ਰੁਕ ਗਿਆ। ਇੱਥੇ ਕੁਝ ਆਬਾਦੀ ਸੀ। ਗੱਲ ਕਰਨ ਤੇ ਪਿੰਡ ਦੇ ਇੱਕ ਵਾਸੀ ਨੇ ਦੱਸਿਆ ਕਿ ਆਹ ਚਰਨ ਗੰਗਾ ਵਾਲਾ ਬਰਸਾਤੀ ਨਾਲਾ ਹੈ, ਸਤਲੁਜ ਦਾ ਪਾਣੀ ਮਾਰ ਕਰਦਾ ਹੈ। ਇੱਕ ਬਜ਼ੁਰਗ ਦੰਪਤੀ ਨਾਲ ਬਹਿ ਕੇ ਗੱਲਬਾਤ ਹੋਈ। ਉਸਨੇ ਪਿੰਡ ਬਾਰੇ ਦੱਸਿਆ ਕਿ ਇਹ ਬਹੁਤ ਪੁਰਾਣਾ ਪਿੰਡ ਹੈ। ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪਚੰਦ ਕੋਲੋਂ 3 ਪਿੰਡ ਮਾਖੋਵਾਲ, ਮਟੌਰ ਅਤੇ ਲੋਧੀਪੁਰ ਖਰੀਦੇ ਸਨ। ਪਹਿਲਾਂ ਇਹਦਾ ਨਾਂ ਨਾਨਕੀ ਚੱਕ ਰੱਖਿਆ ਗਿਆ ਸੀ ਤੇ ਵਿੱਚੋਂ ਅੱਜ ਵਾਲਾ ਆਨੰਦਪੁਰ ਕਰ ਦਿੱਤਾ। ਨਗਰ ਵਸਾਉਣ ਵੇਲੇ ਟੱਕ ਬਾਬਾ ਗੁਰਦਿੱਤਾ ਜੀ ਕੋਲੋਂ ਲਗਵਾਇਆ ਗਿਆ ਸੀ। ਬਜ਼ੁਰਗਾਂ ਨੇ ਹੀ ਦੱਸਿਆ ਕਿ ਕਿਸੇ ਵੇਲੇ ਇਹ ਚਰਨ ਗੰਗਾ ਘੁੰਮਦੀ ਹੋਈ ਕਿਲ੍ਹਾ ਆਨੰਦਗੜ੍ਹ ਵੱਲ ਮੁੜਦੀ ਹੁੰਦੀ ਸੀ। ਕੁਦਰਤੀ ਸੁਰੱਖਿਆ ਦੀ ਵਾਰ ਦਾ ਕੰਮ ਕਰਦੀ ਹੁੰਦੀ ਸੀ। ਉਸ ਵੇਲੇ ਕਿਲ੍ਹੇ ਦੇ ਤੌਰ ਤੇ ਹੀ ਆਨੰਦਪੁਰ ਵਸਾਇਆ ਗਿਆ ਸੀ। ਪਿੰਡ ਦੀ ਵੱਡੀ ਇਕੱਠੀ ਆਬਾਦੀ ਨਹੀਂ ਹੈ। 15-20 ਘਰਾਂ ਵਾਲੇ 4-5 ਟੱਕ ਹਨ। 1-2 ਹੋਰ ਆਬਾਦੀਆਂ ਵੇਖੀਆਂ। 15-20 ਘਰਾਂ ਦੀ ਆਬਾਦੀ ਨੂੰ ਪਿੰਡ ਮੰਨਣ ਦਾ ਜੀ ਹੀ ਨਹੀਂ ਕੀਤਾ। ਬਸ ਪਿੰਡ ਦੀ ਤਲਾਸ਼ ਖਤਮ ਹੋ ਗਈ। ਇੱਥੇ ਹੀ ਆਬਾਦੀ ਕੋਲ ਇੱਕ ਡੇਰਾ ਬਾਬਾ ਸ਼੍ਰੀ ਚੰਦ ਜੀ ਦਾ ਵੀ ਬਣਿਆ ਹੋਇਆ ਹੈ। ਫਿਰ ਇੱਕ ਪਾਸੇ 15-20 ਘਰਾਂ ਵੱਲ ਤਾਂ ਜੋ ਪਿੰਡ ਬਾਰੇ ਕੁਝ ਜਾਣਕਾਰੀ ਲਈ ਜਾਵੇ। ਹੋਰ ਇੱਥੇ ਹੀ ਆਬਾਦੀ ਵਿੱਚ ਪਿੰਡ ਵਾਸੀ ਅਮਰੀਕ ਸਿੰਘ ਨਾਲ ਗੱਲ ਹੋਈ। ਉਸ ਕੋਲੋਂ ਪਿੰਡ ਬਾਰੇ ਪੁੱਛਿਆ। ਕੈਮਰਾ ਸ਼ਾਈ ਹੋਣ ਕਰਕੇ ਗੱਲ ਰਿਕਾਰਡ ਤਾਂ ਨਹੀਂ ਹੋਈ, ਪਰ ਸੁਲਝਿਆ ਹੋਇਆ ਨੌਜਵਾਨ ਸੀ। ਬੜੇ ਹੀ ਸੱਭਿਅਕ ਤਰੀਕੇ ਨਾਲ ਉਸਨੇ ਪਿੰਡ ਬਾਰੇ ਜਾਣਕਾਰੀ ਦਿੱਤੀ। ਦੱਸਿਆ ਕਿ ਇੱਥੇ ਆਬਾਦੀ ਵਿੱਚ 18-20 ਘਰ ਹਨ, ਜਿਨ੍ਹਾਂ ਵਿੱਚੋਂ 4-5 ਘਰ ਰਾਜਪੂਤਾਂ ਦੇ, 4-5 ਘਰ ਜੱਟਾਂ ਦੇ ਅਤੇ 4-5 ਘਰ ਤਰਖਾਣਾ ਅਤੇ 4-5 ਹੋਰਾਂ ਜਾਤਾਂ ਦੇ ਹਨ। ਸਭ ਮਿਲ ਜੁਲ ਕੇ ਰਹਿ ਰਹੇ ਹਨ। ਲੋਕਾਂ ਦੀ ਆਰਥ ਹਾਲਤ ਠੀਕ ਹੀ ਹੈ। ਇੱਕ ਪਾਸੇ ਰਵਿਦਾਸ ਬਰਾਦਰੀ ਦੇ ਵੱਧ ਘਰਾਂ ਵਾਲੀ ਪੱਤੀ ਸੀ। ਉਹਨਾਂ ਵਿੱਚੋਂ ਕਾਫੀ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਹਨ। ਉਹਨਾਂ ਦੀ ਆਰਥਿਕ ਹਾਲਤ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਚੰਗੀ ਸੀ। ਲੋਧੀਪੁਰ ਵਿੱਚ ਟੁੱਟਵੀਂ ਆਬਾਦੀ ਸੀ ਅਤੇ ਸਭ ਜਾਤਾਂ ਦੇ ਲੋਕ ਰਹਿ ਰਹੇ ਸਨ। ਇਸੇ ਆਬਾਦੀ ਵਿੱਚ ਇੱਕ ਘਰ ਬ੍ਰਾਹਮਣਾਂ ਦਾ ਵੀ ਸੀ। ਪਿੰਡ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਲੋਧੀਪੁਰ ਦੀ ਪੰਚਾਇਤ ਵਿੱਚੋਂ 3 ਸਰਪੰਚ ਚੁਣੇ ਜਾਂਦੇ ਹਨ। ਸ਼ਹਿਰ ਦੀ ਆਬਾਦੀ ਹੌਲੀ-ਹੌਲੀ ਪਿੰਡ ਵੱਲ ਨੂੰ ਵਧਣੀ ਸ਼ੁਰੂ ਹੋ ਗਈ ਹੈ, ਪਰ ਹਾਲੇ ਵੀ ਖੇਤੀਯੋਗ ਜ਼ਮੀਨਾਂ ਬਚੀਆਂ ਹੋਈਆਂ ਹਨ। ਪਿੰਡ ਦੇ ਨਾਂ ਤੇ ਖੇਤੀਯੋਗ ਜ਼ਮੀਨਾਂ ਤਾਂ ਵਗ ਰਹੀਆਂ ਸਨ, ਪਰ ਪਿੰਡ ਹੋਣ ਦਾ ਅਹਿਸਾਸ ਨਾ ਹੋਇਆ। ਲੋਧੀਪੁਰ ਘੁੰਮ ਕੇ ਹੁਣ ਅਗਲੇ ਭਾਗ ਵਿੱਚ ਕਿਸੇ ਹੋਰ ਪਿੰਡ ਵੱਲ ਚੱਲਾਂਗੇ।